और देखिए हम आपको दिखाने जा रहे हैं कि जो हमारा समाज है और समाज में हम सब लोग रहते हैं, कई बार प्रॉब्लम आ जाती है, डिस्प्यूट हो जाता है, फैमिली का डिस्प्यूट हो जाता है, प्रॉपर्टी का हो जाता है, चेक का हो जाता है, पता नहीं कितने डिस्प्यूट होते हैं। और बाद में आदमी सोचता है यार कहाँ जाए, तो आना तो कुछ कोर्ट में पड़ता है, तो जहाँ पर वकीलों के साथ मिलना पड़ता है। और जब वकीलों के पास आते हैं तो देखते हैं यार वकीलों का ये जो इतने ऑफिस बने हुए हैं, चैम्बर बने हुए हैं, जहाँ पर कहीं स्मेल आ रही है, कहीं कूड़ा पड़ा है, कहते हैं यार ये खुद आप नहीं सफाई करवा सकते। तो मेरे से चेतन वर्मा जी बैठे हैं। मैं इनसे पूछना चाहूँगा कि आप लोग बार कौंसल पंजाब एंड हरियाणा चंडीगढ़ जो एसोसिएशन है उसके भी मेंबर हैं, तो उसके बाद आपने जहाँ भी सेवा की है, एक्स सेक्रेटरी भी रहे हैं ये, तो उसके बाद अब इनसे आस करते हैं कि ये जो हमारा ये चैम्बर कम्प्लेक्स है जहाँ पर जो भी प्रॉब्लम आती है कुछ सुजेस्ट करें कि जो दूसरे इस समय मैनेजिंग कमेटी है जहाँ पर जो एसोसिएशन है वो कुछ करे, क्योंकि अभी उनके पास तो कोई ऐसा ऑफिस नहीं है जहाँ लुधियाना में बार के लिए, लेकिन चंडीगढ़ का तो सारा ये काम करते हैं। तो मैं इनसे कहूँगा कि थोड़ा जिहा दसन है कि जी अपनी प्रॉब्लम आ रही हैगी है, कुछ बाथरूम दी है, कुछ लिफ्ट दी है, तो कुछ होर ही साफ सफाई दी है, तो कुछ पानी दी पीने वाली दी हैगी है। तुसीं दसो चेतन वर्मा जी ਤੁਹਾਡਾ ਕੀ ਵਿਜ਼ਨ ਹੈਗਾ ਤੇ ਤੁਸੀਂ ਕੀ ਸੁਜੈਸਟ ਕਰਨਾ ਚਾਹੁੰਦੇ ਹੋ ਆਪਣੇ ਜਿਹੜੇ ਕਲੀਗ ਨੇ ਸਾਥੀ ਨੇ। ਆ ਮਾਈਕ ਮੇਰੇ ਕੋਲ ਲੈ ਲਓ ਤੇ ਤੁਸੀਂ ਗੱਲ ਕਰੋ, ਦੱਸੋ ਆਪਣੇ। ਥੈਂਕ ਯੂ ਵੈਰੀ ਮੱਚ ਸ਼੍ਰੀਪਾਲ ਜੀ, ਅੱਜ ਆਏ ਹੋ ਤੁਸੀਂ ਕੁਛ ਮੇਰੇ ਨਾਲ ਦੱਸੀਆਂ ਵੀ ਆ ਕੁਛ ਪ੍ਰੋਬਲਮਸ ਆ ਰਹੀਆਂ ਬਾਰ ਐਸੋਸੀਏਸ਼ਨਸ 'ਚ ਰਿਗਾਰਡਿੰਗ ਕੋਈ ਕਲੀਨਲੀਨੈਸ ਜਾਂ ਹੋਰ ਹੈ। ਦੇਖੋ ਇਹ ਛੋਟੀਆਂ ਛੋਟੀਆਂ ਪ੍ਰੋਬਲਮਸ ਹੈਗੀਆਂ। ਅਸੀਂ ਬਾਰ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕੀਤਾ ਹੈਗਾ, ਕਈ ਵਾਰ ਮੇਰੇ ਫਾਦਰ ਨੇ ਵੀ ਕੀਤਾ ਹੈ, ਕਈ ਵਾਰ ਮੈਂ ਵੀ ਕੀਤਾ ਹੈਗਾ। ਔਰ ਦੇਖੋ ਤੁਹਾਨੂੰ ਪਤਾ ਹੀ ਹੈ ਪੈਨਾਡੈਮਿਕ 'ਚ ਕੋਰਟਸ ਜਿਹੜੀਆਂ ਹੈਗੀਆਂ ਨੇ ਉਹ ਤਕਰੀਬਨ ਬੰਦ ਹੀ ਰਹੀਆਂ ਨੇ, ਔਰ ਖੁੱਲ੍ਹਣ ਤੋਂ ਬਾਅਦ ਕਾਫੀ ਸਮੇਂ ਬਾਅਦ ਵਕੀਲ ਆਏ ਨੇ, ਅੱਧੇ ਤਾਂ ਹਲੇ ਵੀ ਕਾਫੀ ਤੁਹਾਨੂੰ ਪਤਾ ਹੈ ਇਸ ਔਖੇ ਸਮੇਂ 'ਚ ਕਈ ਜਾਣੇ ਵਕਾਲਤ ਨੂੰ ਪ੍ਰੋਫੈਸ਼ਨ ਨੂੰ ਛੱਡ ਚੁੱਕੇ ਨੇ ਔਰ ਉਹ ਆ ਹੀ ਨਹੀਂ ਰਹੇ ਹੈਗੇ ਨੇ, ਔਰ ਇਹ ਬੜਾ ਹੀ ਅਨਫੋਰਚੂਨੇਟ ਹੈਗਾ ਸਾਡੇ ਸਾਰਿਆਂ ਵਾਸਤੇ। ਗਿਣਤੀ ਵਕੀਲਾਂ ਦੀ ਵੱਧਦੀ ਜਾ ਰਹੀ ਹੈਗੀ ਹੈ। ਪਿਛਲੇ ਸਾਲ 2021 'ਚ ਤਕਰੀਬਨ 10,000 ਤੋਂ ਜ਼ਿਆਦਾ ਮੈਂਬਰਸ ਨੇ ਜੁਆਇਨ ਕਰ ਲਿਆ ਹੈ, ਬਟ ਕਚਹਿਰੀਆਂ ਦਾ ਕੰਮ ਹਰੇ ਬੜਾ ਹੀ ਸਲੋ ਚੱਲ ਰਿਹਾ। ਕਲੀਨਲੀਨੈਸ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਬਾਰ ਐਗਜ਼ੈਕਟਿਵ ਹਰ ਸਾਲ ਇਲੈਕਟ ਕਰਦੇ ਹੈਗੇ ਹੈ, ਔਰ ਉਹ ਦੇਖਦੀ ਹੈਗੀ ਹੈ ਇਸ ਇਸ਼ੂ 'ਤੇ। ਜੇ ਕੋਈ ਸਮੱਸਿਆਵਾਂ ਇੱਦਾਂ ਦੀਆਂ ਹੈਗੀਆਂ ਨੇ ਮੈਂ ਵੀ ਉਹਨਾਂ ਨਾਲ ਅੱਜ ਡਿਸਕਸ ਕਰੂੰਗਾ। ਜੇ ਕੋਈ ਇੱਦਾਂ ਦੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ ਉਹਨੂੰ ਆਪਾਂ ਮਿਲ ਜੁਲ ਕੇ ਆਪਾਂ ਰੈਕਟੀਫਾਈ ਕਰਾਂਗੇ, ਰਾਦਰ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਕਰੀਏ। ਤੁਸੀਂ ਐਂ ਦੱਸੋ ਆਪਣਾ ਚੇਤਨ ਜੀ, ਜਿਹੜੇ ਨਵੇਂ ਵਕੀਲ ਆਉਂਦੇ ਹੈਗੇ ਉਹਨਾਂ ਦੇ ਲਈ ਜਿਹੜਾ ਸਕੋਪ ਹੈਗਾ ਵਾ ਯਾਨੀ ਕਿ ਕੰਮ ਕਰਨ ਦਾ, ਉਹਨੂੰ ਥੋੜ੍ਹਾ ਜਿਹਾ ਦੱਸੋ, ਗਾਈਡ ਕਰੋ ਵੀ ਜਿਹੜੇ ਵੀ ਆਪਣਾ ਬੱਚੇ ਵੀ ਕੁਝ ਪੇਰੈਂਟਸ ਚਾਹੁੰਦੇ ਸਾਡੇ ਬੱਚੇ ਵਕੀਲ ਬਣਨ, ਕੁਝ ਵਕੀਲ ਬਣ ਵੀ ਚੁੱਕੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਦੱਸੋ ਵੀ ਆਪਣਾ ਜਿਹੜਾ ਪ੍ਰੋਫੈਸ਼ਨ ਹੈਗਾ ਉਹਨਾਂ 'ਚ ਉਹਨਾਂ ਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਹੈਗੀ ਹੈ ਅਤੇ ਕਦੋਂ ਉਹਨਾਂ ਦੀ ਇਨਕਮ ਚਾਲੂ ਹੋਊਗੀ। ਥੋੜ੍ਹਾ ਜਿਹਾ ਇਹਦੇ ਬਾਰੇ ਵੀ ਗਾਈਡ ਕਰ ਦਿਓ ਥੋੜ੍ਹਾ ਜਿਹਾ, ਜਿਹੜੇ ਪੇਰੈਂਟਸ ਨੇ ਜਾਂ ਕੁਝ ਹੋਰ ਲੋਕ ਵੀ ਦੇਖ ਰਹੇ ਨੇ, ਕਿਉਂਕਿ ਆਪਣੇ ਵਕੀਲਾਂ ਨੇ ਨਹੀਂ ਸਾਰੇ ਪਾਸੇ ਲੋਕ ਦੇਖ ਰਹੇ ਨੇ ਕਿ ਅੱਜ ਬਹੁਤ ਹੀ ਜੱਦੋ ਜਹਿਦ ਕਰਨੀ ਪੈਂਦੀ ਐਡਵੋਕੇਟ ਨੂੰ, ਅਤੇ ਉਹਦੇ ਬਾਰੇ ਥੋੜ੍ਹਾ ਚਾਨਣਾ ਪਾ ਦਿਓ ਵੀ ਤੁਸੀਂ ਜਿਹੜੇ ਨਵੇਂ ਵਕੀਲ ਆਉਂਦੇ ਹੈਗੇ ਆ ਅਤੇ ਜਿਹੜੇ ਮਿਡਲ ਕਲਾਸ ਤੋਂ ਹੈਗੇ ਆ ਵੀ ਬੱਚਾ ਸੋਚਦੇ ਨੇ ਵੀ ਜਾਂਦੇ ਕਮਾਉਣ ਲੱਗ ਜੂਗਾ, ਸਾਨੂੰ ਘਰ ਪੈਸੇ ਲਿਆ ਕੇ ਦੇਣੇ ਚਾਲੂ ਕਰ ਦਊਗਾ, ਉਹ ਇੱਦਾਂ ਦੀ ਗੱਲ ਨਹੀਂ ਹੁੰਦੀ। ਥੋੜ੍ਹਾ ਦੱਸੋ ਇਹਦੇ ਬਾਰੇ। ਅੱਛਾ ਸਵਾਲ ਹੈ ਤੁਹਾਡਾ ਸ਼੍ਰੀਪਾਲ ਜੀ। ਪ੍ਰੋਫੈਸ਼ਨ ਆਫ ਲਾਅ ਇਜ਼ ਅ ਨੋਬਲ ਪ੍ਰੋਫੈਸ਼ਨ। ਇਹਦੇ 'ਚ ਕੋਈ ਜਿਹੜਾ ਇਹ ਪ੍ਰੋਫੈਸ਼ਨ ਚੱਲਦਾ ਆ ਰਿਹਾ, ਸਾਡਾ ਇਤਿਹਾਸ ਜਿਹੜਾ ਹੈਗਾ ਇਹ ਕਮਾਈ ਦਾ ਸਾਧਨ ਨਹੀਂ ਰਿਹਾ, ਇਹ ਸੇਵਾ ਰਹੀ ਹੋਈ ਹੈ। ਇਹਦੇ 'ਚ ਕੋਈ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਅੱਜ ਆਉਂਦੇ ਹੋ ਅਤੇ ਅੱਜ ਆਉਂਦੇ ਹੀ ਮੇਰੀ ਕਮਾਈ ਸ਼ੁਰੂ ਹੋ ਜੇ, ਇਹ ਐਕਸਪੈਕਟੇਸ਼ਨ ਹੀ ਗਲਤ ਹੈ। ਕਿਉਂਕਿ ਨਿਊ ਕਮਰਸ ਨੂੰ, ਜਿਹੜੇ ਨਿਊ ਐਂਟਰੈਂਟਸ ਹੈਗੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈਗਾ। ਉਹਨਾਂ ਨੂੰ ਬੇਸਿਕ ਜਿਹੜਾ ਹੈਗਾ ਸਮਝਣਾ ਪੈਂਦਾ ਕਾਨੂੰਨ ਦਾ, ਕਿਉਂਕਿ ਜਦੋਂ ਵੀ ਅਸੀਂ ਕਾਲਜ ਲਾਈਫ ਤੋਂ ਡਿਫਰੈਂਟਲੀ ਇੱਕਦਮ ਆ ਕੇ ਪ੍ਰੈਕਟੀਕਲ ਲਾਈਫ 'ਚ ਆਉਂਦੇ ਹੈਗੇ ਆ, ਉਹ ਦੈਟ ਇਜ਼ ਟੋਟਲੀ ਡਿਫਰੈਂਟ। ਹਰ ਇੱਕ ਸਟੱਡੀਜ਼ 'ਚ ਇਹ ਤੁਹਾਨੂੰ ਸਮਾਂ ਲੱਗਦਾ ਹੈਗਾ, ਚਾਹੇ ਉਹ ਡਾਕਟਰੀ ਦੀ ਹੋਵੇ, ਚਾਹੇ ਉਹ CA ਦੀ ਹੋਵੇ, ਚਾਹੇ ਉਹ ਵਕਾਲਤ ਦੀ ਹੋਵੇ, ਉਹ ਸਾਰੇ ਹੀ ਜਦੋਂ ਅਸੀਂ ਥਿਊਰੀ ਤੋਂ ਇੱਕਦਮ ਪ੍ਰੈਕਟੀਕਲ 'ਚ ਆਉਂਦੇ ਹਾਂ ਉਹ ਟੋਟਲੀ ਡਿਫਰੈਂਟ ਲਾਈਫ ਹੈ। ਸੋ ਇਹਨੂੰ ਜਿੰਨਾ ਜਲਦੀ ਤੁਸੀਂ ਕੈਚਅਪ ਕਰੋਗੇ ਓਨਲੀ ਦੈਨ ਯੂ ਕੈਨ ਅਰਨ ਮਨੀ। ਅਤੇ ਉਸ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਹਾਂ ਵੀ ਮੈਂ ਅੱਜ ਪ੍ਰੋਫੈਸ਼ਨ ਨੂੰ ਜੁਆਇਨ ਕਰ ਲਿਆ ਔਰ ਅੱਜ ਹੀ ਮੈਂ ਕੁਛ ਕਮਾਉਣ ਲੱਗ ਜਾ, ਅਤੇ ਉਹ ਮੇਰੇ ਹਿਸਾਬ ਨਾਲ ਤੁਹਾਡੀ ਸੋਚ ਹੀ ਗਲਤ ਹੈਗੀ ਹੈ। ਔਰ ਮੈਂ ਐਕਸਪੈਕਟ ਕਰਦਾ ਕਿ ਤੁਸੀਂ ਇਹ ਸੋਚ ਨਾ ਰੱਖੋ। ਪਹਿਲਾਂ ਤੁਸੀਂ ਜੇ ਲਾਅ ਕੀਤੀ ਹੈਗੀ ਹੈ, ਤੁਸੀਂ ਇੱਥੇ ਕਚਹਿਰੀ 'ਚ ਆਓ, ਉਹਨੂੰ ਪ੍ਰੈਕਟੀਕੈਲਿਟੀਜ਼ ਨੂੰ ਸਮਝੋ ਔਰ ਫਿਰ ਪੈਸੇ ਵਾਲੇ ਪਾਸੇ ਨੂੰ ਜਾਓ।
ਤੁਸੀਂ ਇੱਕ ਹੋਰ ਮੈਂ ਆਪਣੇ ਕੋਲ ਰੱਖੋ ਮਾਈਕ ਵੀ ਜਿਹੜਾ ਬੱਚਾ ਕਰਨਾ ਚਾਹੁੰਦਾ ਹੈਗਾ ਉਹਨੂੰ ਘੱਟ ਤੋਂ ਘੱਟ 2-3 महीने ਇੱਥੇ आना चाहिए कोर्ट ਦੇ ਵਿੱਚ क्योंकि जो बच्चा करना चाहता है कि मैं लो करना चाहता हूँ सबसे पहले वो कोर्ट में आगे महीना 15 दिन 2 महीने जहाँ पर लगाए +2 के बाद भी आजकल बच्चे करने लगे हैं 5 साल वाली जो होती है लो होती है तो वो 3 साल वाली होती है जो ग्रेजुएशन के बाद होती है ग्रेजुएशन जब बच्चा कर लेता तो 2-3 महीने जहाँ पर आके देखे जहाँ पर क्या जाने का उसका इंटरेस्ट तो बन गया उसका लेकिन इनकम के बारे में थोड़ा सा उसको विचार करना पड़ेगा कि इनकम नहीं इतनी जल्दी होती इसमें टेक्निक बहुत होती हैं टेक्निकल पॉइंट है जो होते हैं ना अपने क्लर्क होते हैं जिनको मुंशी बोलते हैं वकील के तो कई बार वकील से ज़्यादा वो ज़्यादा नॉलेज रखते हैं कि यहाँ पर ये पॉइंट आएगा जहाँ पर ये फाइल लगाने जहाँ पर ये कागज लगाने थोड़ा सा बताइए मुंशी कितनी हेल्प करते हैं आपकी ਦੇਖੋ 5 ਇਅਰਸ ਦੀ ਗੱਲ ਕੀਤੀ ਤੇ ਮੈਂ ਵੀ ਆਫਟਰ +2 5 ਈਅਰ ਕੋਰਸ ਹੀ ਕੀਤਾ ਸੀਗਾ ਔਰ ਤਕਰੀਬਨ ਰੱਖਿਓ ਕਿ ਮੈਂ ਕਦੀ ਵੀ ਐਕਸਪੈਕਟ ਨਹੀਂ ਕੀਤਾ ਕਿ ਮੈਂ ਇੱਥੇ ਆ ਕੇ ਨਾਲ ਹੀ ਪੈਸੇ ਕਮਾਣੇ ਸ਼ੁਰੂ ਕਰਦਾ ਦਾ ਮੋਟਿਵ ਵਾਸ ਕਿ ਪਹਿਲਾਂ ਇਹ ਸੀਗਾ ਵੀ ਆਪਾਂ ਲਰਨ ਕਰੀਏ ਚੀਜ਼ਾਂ ਨੂੰ ਨਾ ਕਿ ਆਪਾਂ ਇਸ ਨੂੰ ਇੱਕ ਬਿਜ਼ਨਸ ਬਣਾ ਲਈਏ ਕਿ ਆਪਾਂ ਇੱਥੋਂ ਸਿਰਫ ਕਮਾਈ ਕਰਨੀ ਹੈਗੀ ਹੈ ਸੋ ਗੱਲ ਇਹ ਹੈ ਵੀ 2 ਮਹੀਨੇ 3 ਮਹੀਨੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਵੀ 2 ਮਹੀਨੇ 'ਚ 3 ਮਹੀਨੇ 'ਚ ਕੀ ਹੋਊਗਾ 2 ਮਹੀਨੇ 3 ਮਹੀਨੇ ਇਜ਼ ਬਹੁਤ ਸ਼ਾਰਟ ਪੀਰੀਅਡ ਹੈਗਾ 2-3 ਮਹੀਨੇ 'ਚ ਤੁਸੀਂ ਕੁਝ ਲਰਨ ਨਹੀਂ ਕਰ ਸਕਦੇ ਇਹਦੇ ਲਈ ਕਈ ਸਾਲਾਂ ਦਾ ਤਜਰਬਾ ਹੈਗਾ ਅਸੀਂ ਆਪਣੇ ਸੀਨੀਅਰਸ ਦੀ ਅਸੀਂ ਕਿਉਂ ਯੰਗ ਮੈਂਬਰਸ ਨੂੰ ਉਹਨਾਂ ਨੂੰ ਕਹਿੰਦੇ ਹੈਗੇ ਆ ਵੀ ਤੁਸੀਂ ਆਪਣੇ ਸੀਨੀਅਰਸ ਦੀ ਰਿਸਪੈਕਟ ਕਰੋ ਬਿਕੋਜ਼ ਉਹਨਾਂ ਦਾ ਬਹੁਤ ਹੀ ਤਜਰਬਾ ਹੈ ਇਸ ਪ੍ਰੋਫੈਸ਼ਨ ਦਾ ਬਹੁਤ ਹੀ ਗਿਆਨ ਹੈਗਾ ਸਾਨੂੰ ਉਹਨਾਂ ਤੋਂ ਲਰਨ ਕਰਨਾ ਚਾਹੀਦਾ ਹੈਗਾ ਔਰ ਮੈਂ ਇਹੀ ਕਹੂੰਗਾ ਯੰਗ ਮੈਂਬਰਸ ਨੂੰ ਕਿ ਇੱਕਦਮ ਆ ਕੇ ਮਨੀ ਮੇਕਿੰਗ ਮਸ਼ੀਨ ਨਾ ਬਣੋ ਤੁਸੀਂ ਆ ਕੇ ਪਹਿਲਾਂ ਪ੍ਰੋਫੈਸ਼ਨ 'ਚ ਲਰਨ ਕਰੋ ਆ ਕੇ ਇੱਥੇ ਸਮਝੋ ਤਾਂ ਕਿ ਤੁਸੀਂ ਔਰ ਅੱਛੇ ਵਕੀਲ ਬਣੋ ਔਰ ਜਿਹੜਾ ਰਿਹਾ ਤੁਸੀਂ ਲੋ ਕਰਨਾ ਚਾਹੁੰਦੇ ਹੈਗੇ ਉਹ ਤੋਂ ਪਹਿਲੇ ਵੀ ਆ ਕੇ ਮਹੀਨਾ 2 ਮਹੀਨੇ ਇੱਥੇ ਆ ਕੇ ਦੇਖੋ ਲੋਕਾਂ ਦੇ ਕਿੱਦਾਂ ਦਾ ਇੰਟਰਸਟ ਹੈਗਾ ਵਾ ਜਿਹੜੇ ਵਕੀਲ ਜਿਹੜੇ ਹੈਗੇ ਉਹਦੇ ਬਾਰੇ ਥੋੜਾ ਦੱਸੋ ਵੀ ਜੇ ਬੱਚਿਆਂ ਨੂੰ ਕਰਨਾ ਚਾਹੁੰਦੇ ਪੇਰੈਂਟਸ ਨੂੰ ਚਾਹੀਦਾ ਕਿ ਉੱਥੇ ਲੈ ਕੇ ਆਉਣ ਉਹਨੂੰ ਦਿਖਾਉਣ ਜਿਹੜਾ ਪ੍ਰੋਫੈਸ਼ਨ ਹੈ ਇਹਦੇ ਬਾਰੇ ਦੱਸੋ ਹਾਂ ਇਹ ਪੇਰੈਂਟਸ ਨੂੰ ਵੀ ਚਾਹੀਦਾ ਹੈਗਾ ਦੇਖੋ ਇਹ ਅਸੈਪਟ ਕਰਨੀ ਪਏਗੀ ਵੀ ਸਾਲ 2 ਸਾਲ ਤੁਹਾਨੂੰ ਕੋਈ ਕਮਾਈ ਨਹੀਂ ਹੈਗੀ ਹੈ ਦੇਖੋ ਇਹ ਤੁਹਾਨੂੰ ਕਹਿ ਲਓ ਵੀ ਇਟਸ ਅ ਕਾਈਂਡ ਆਫ ਅ ਟ੍ਰੇਨਿੰਗ ਪੀਰੀਅਡ ਇਹ ਟ੍ਰੇਨਿੰਗ ਪੀਰੀਅਡ ਹੀ ਹੈ ਤੁਹਾਡਾ ਇਹ 2 ਸਾਲ ਤਾਂ ਤੁਸੀਂ ਸਮਝ ਕੇ ਚੱਲੋ ਵੀ ਮੈਂ ਕੁਝ ਨਹੀਂ ਕਮਾਣਾ ਜੇ ਤੁਸੀਂ ਐਕਚੁਅਲ ਪ੍ਰੋਫੈਸ਼ਨ ਆਫ ਲਾਅ ਜੁਆਇਨ ਕਰਨਾ ਹੈਗਾ ਇਹ ਤੁਸੀਂ ਇਨੀਸ਼ੀਅਲੀ ਕਹੋ ਜੀ ਮੇਰੀ ਤਾਂ ਜੀ ਲਾਅ ਹੋ ਗਈ ਮੇਰੀ ਤਾਂ ਹੁਣ ਪੈਨਸ਼ਨ ਸ਼ੁਰੂ ਹੋ ਜੇ ਦੈਟ ਇਜ਼ ਅ ਰੋਂਗ ਥਿਊਰੀ ਔਰ ਮੈਂ ਨਹੀਂ ਸਮਝਦਾ ਵੀ ਕੋਈ ਵੀ ਐਸੋਸੀਏਸ਼ਨਸ ਕੋਈ ਵੀ ਕੌਂਸਲਸ ਇਹਨੂੰ ਕਵਰ ਅਪ ਕਰ ਪਾਏਗੀ ਕਿਉਂਕਿ ਬਹੁਤ ਹੀ ਜ਼ਿਆਦਾ ਗਿਣਤੀ 'ਚ ਲਾਅ ਪ੍ਰੋਫੈਸ਼ਨ ਨੂੰ ਜੁਆਇਨ ਕਰ ਰਹੀਆਂ ਮੈਂਬਰਸ ਔਰ ਜੇ ਹੁਣ ਤੁਸੀਂ ਕਹੋ ਜੀ ਆਈ ਐਮ ਐਨਰੋਲਡ ਫਰੋਮ ਦ ਬਾਰ ਕੌਂਸਲ ਆਫ ਪੰਜਾਬ ਨੇ ਰਹਿਣਾ ਔਰ ਸਵੇਰੇ ਮੈਨੂੰ ਪੈਸੇ ਮਿਲਣ ਲੱਗ ਜੇ ਦੈਟ ਇਜ਼ ਅ ਰੋਂਗ ਥਿਊਰੀ ਤੁਹਾਨੂੰ ਆਉਂਦਾ ਤਾਂ ਕੁਛ ਹੈ ਨਹੀਂ ਤੁਸੀਂ ਆਉਂਦੇ ਹੀ ਕੀ ਕਰੋਗੇ ਫਸਟ ਯੂ ਕਮ ਟੂ ਦ ਕੋਰਟਸ learn the things and then think of earning money और देखिए अपना जो मेरे साथ बैठे हैं चेतन वर्मा जी एडवोकेट हैं और पंजाब एंड हरियाणा जो एसोसिएशन हमारी बार कौंसिल की उसके जो मेंबर भी हैं तो जहाँ पर भी ये सेक्रेटरी है ये सर्विस दे चुके हैं इस कोर्ट में कहने का मतलब ये है कि अगर आप लॉ के प्रोफेशनल को चुनते हैं तो पहले आप देखो कि आप इसके काबिल हैं ये कर सकते हैं क्योंकि जो फिल्मों में होता है ना जो बड़ी बड़ी बातें होती हैं फिल्मों में वकील जो करते हैं वो यहाँ पर नहीं है प्रैक्टिकल यहाँ पर कुछ और ही होता है कई लोग देखते हैं यार फिल्मों वाला मैं बन जाऊँगा नहीं बनेगा जहाँ पर कुछ प्रैक्टिकल कुछ हो रही है तो 10 साल तक तो जहाँ पर वैसे ही जाने के धक्के खाने पड़ते हैं आकर तो तब कहीं जाके थोड़ी बहुत अर्निंग शुरू होती है तो बाकी प्रैक्टिकल होता है इसका प्रोसीजर चेतन जी ने सही कहा है कि थ्योरी और प्रैक्टिकल में बहुत अंतर है डॉक्टर भी हैं जब प्रैक्टिकल करेंगे तभी पता लगता है थ्योरी में पढ़ ली किताबों में कुछ नहीं है जहाँ पर जो प्रैक्टिकल है वो सब कुछ होता है तो एक बार फिर मेरे को चेतन वर्मा जी लास्ट में यही कहूँगा कि आप बच्चों को थोड़ा सा फिर कहें कि जो इस प्रोफेशन में आना चाहते हैं जो पेरेंट्स चाहते हैं कि हमारा बच्चा लॉ में जाए तो उनको ये मैसेज दें कि बगैर जाने के एडमिशन लिए लॉ में जहाँ पर अपने बच्चे को लेके आएँ थोड़ा सा उसको जहाँ घुमाएं थोड़ा सा दिखाएं +2 या ग्रेजुएट के बाद थोड़ा सा ये बताओ कि जहाँ पर आए लॉ के बिना ही देखो लास्टली मेरा मैसेज टू यंग मैंबर्स यही हैगा मेरे फादर हमेशा कहते होंगे कि टॉप ऑफ दिस प्रोफैशन इज़ ऑलवेज वीकेंट ਤੁਸੀਂ ਆਪਣੀ ਮਿਹਨਤ ਕਰੋ ਜਦੋਂ ਆਪਾਂ ਮਿਹਨਤ ਕਰਦੇ ਹਾਂ ਕੋਈ ਵੀ ਕੇਸ ਪੜ੍ਹਦੇ ਹਾਂ ਕੋਈ ਵੀ ਆਪਾਂ ਫਾਈਲ ਪੜ੍ਹਦੇ ਹਾਂ ਜ਼ਰੂਰੀ ਨਹੀਂ ਹੈ ਕਿ ਤਜਰਬੇਕਾਰ ਬੰਦਾ ਤੁਹਾਡੇ ਸਾਹਮਣੇ ਉਹ ਕੇਸ ਜਿੱਤੂਗਾ ਉਹ ਜਿਹਨੇ ਉਸ ਫਾਈਲ 'ਤੇ ਮਿਹਨਤ ਕੀਤੀ ਹੋਏਗੀ ਸੋ ਤੁਸੀਂ ਆਓ ਤੁਸੀਂ ਬੜੇ ਸ਼ਿੱਦਤ ਨਾਲ ਪੜ੍ਹਦੇ ਹੋ ਬਹੁਤ ਹੀ ਮਿਹਨਤ ਕਰਦੇ ਹੋ ਬਹੁਤ ਹੀ ਐਕਸਪੈਕਟੇਸ਼ਨਸ ਰੱਖਦੇ ਹੋ ਇੱਕਦਮ ਆ ਕੇ ਡੀਮੋਰਲਾਈਜ਼ ਨਾ ਹੋ ਤੁਸੀਂ ਆਨੇ ਹੋ ਜੁਆਇਨ ਕਰਦੇ ਹੋ ਤੁਸੀਂ ਥੋੜਾ ਸਬਰ ਰੱਖੋ ਔਰ
ਟੌਪ, ਮੈਂ ਜਿੱਦਾਂ ਕਿਹਾ ਵੀ ਟੌਪ ਇਜ਼ ਆਲਵੇਜ਼ ਵੀਕੈਂਡ, ਤੁਸੀਂ ਆਓ ਆਪਣੇ ਆਪ ਨੂੰ ਇੱਥੇ ਇਸਟੈਬਲਿਸ਼ ਯੋਰਸੈਲਫ ਰਾਦਰ ਪੈਸਿਆਂ ਵਾਲੇ ਨੂੰ ਥੋੜੀ ਦੇਰ ਛੱਡ ਕੇ। ਇਨੀਸ਼ੀਅਲੀ ਆਈ ਨੋ ਕਾਫੀ ਇਨੀਸ਼ੀਅਲੀ ਯੰਗ ਏਜ ਹੁੰਦੀ ਹੈ, ਉਸ ਟਾਈਮ ਹਰਿਡਲੀ ਆਪਾਂ ਕਹਿੰਦੇ ਆ ਵੀ ਯਾਰ ਤੂੰ ਲਾਅ ਵੀ ਕਰ ਲਈ, ਹੁਣ ਤੂੰ ਕੁਝ ਕਮਾ ਨਹੀਂ ਰਿਹਾ। ਆਈ ਨੋ ਦੈਟ ਇਜ਼ ਅ ਟਫ ਪੀਰੀਅਡ, ਬਟ ਬੜੀ ਮੈਂ ਫਿਰ ਇਹੀ ਕਹਿ ਰਿਹਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਲਾਅ ਕਰਕੇ ਆਉਂਦੇ ਹੋ, ਬੜੀ ਹੋਪਸ ਨਾਲ ਆਉਂਦੇ ਹੋ। ਆਓ ਥੋੜਾ ਸਬਰ ਰੱਖੋ, ਸਭ ਕੁਝ ਹੋ ਜਾਂਦਾ ਹੈ, ਸਭ ਕੁਝ ਲਰਨ ਕਰੋਗੇ ਤੁਸੀਂ, ਯੂ ਵਿਲ ਅਰਨ ਮੋਰ। ਤੁਸੀਂ ਸਾਰੇ ਇੱਥੇ ਬਹੁਤ ਵਧੀਆ ਰਾਈਜ਼ ਕਰੋਗੇ, ਮਿਹਨਤ ਕਰਨੀ ਪੈਣੀ ਹੈ। ਬਹੁਤ ਬਹੁਤ ਧੰਨਵਾਦ। ਧੰਨਵਾਦ ਚੇਤਨ ਵਰਮਾ ਜੀ, ਤੁਸੀਂ ਦੱਸਿਆ ਕਿ ਬੱਚਿਆਂ ਨੂੰ ਜਿਹੜੇ ਲੋਕ ਕਰਦੇ ਨੇ ਲੋਕ ਕਰਨ, ਥੋੜਾ ਟਾਈਮ लगूगा, सहज पके सो मीठा होए, स्लो एंड स्टडी विंस द रेस। एक दिन आप ज़रूर कामयाब हो जाओगे, लेकिन थोड़ा वक्त लगता है इस प्रोफेशन में। तो वो डिमोरलाइज नहीं करते, आप अगर लॉ कर रहे हैं तो कीजिए, बाकी तो किस्मत है, जहाँ पर आएंगे तो आपकी जो क्वालिटी है, जो लियाकत है, जो आपकी जो समझ है, उसी के हिसाब से आप आगे बढ़ेंगे। धन्यवाद चेतन वर्मा जी, धन्यवाद सर, थैंक यू। थैंक यू।